स्टूडेंट्स, वेलकम बैक वंस अगेन। पंजाब स्कूल एजुकेशन बोर्ड ਨਾਲ ਰਿਲੇਟਡ 10th ਕਲਾਸ ਸਾਇੰਸ ਪੇਪਰ 2024 ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਆਪका। ਲਿੰਗੀ ਅਤੇ ਅਲਿੰਗੀ ਪ੍ਰਜਨਨ ਵਿੱਚ ਅੰਤਰ ਸਭ ਤੋਂ ਪਹਿਲਾਂ ਆਪਾਂ ਐਕਸਪਲੇਨੇਸ਼ਨ ਕਰਾਂਗੇ, ਉਸ ਤੋਂ ਬਾਅਦ ਜਿਹੜੇ ਡਾਊਟਸ ਹੋਣਗੇ ਤੁਹਾਡੇ ਉਹ ਵੀ ਕਲੀਅਰ ਕਰਾਂਗੇ। ਇੱਥੇ ਕੁਝ ਸਟੂਡੈਂਟਸ ਨੂੰ ਕਨਫਿਊਜ਼ਨ ਹੋਵੇਗੀ ਸ਼ਬਦਾਂ ਦੇ ਅਰਥਾਂ ਦੇ ਵਿੱਚ, ਉਹ ਵੀ ਆਪਾਂ ਪੂਰੀ ਡਿਟੇਲ ਨਾਲ ਸਮਝਾਂਗੇ। ਤੇ ਇੱਥੇ ਤੁਸੀਂ ਦੇਖੋ ਲਿੰਗੀ ਅਤੇ ਅਲਿੰਗੀ ਪ੍ਰਜਨਨ ਦੇ ਵਿੱਚ ਕੀ ਅੰਤਰ ਹੈ। दोस्तों, अलिंगी प्रजनन जिहड़ा है उस दे विच नर ते मादा की कोई लोड़ नहीं हुंदी, ते लिंगी प्रजनन जिहड़ा उहदे विच नर दी भी लोड़ पवेगी ते मादा दी भी लोड़ पवेगी। दैन उस तो बाद है नवें जीव विच विभिन्नतावां पैदा नहीं हुंदियां, जबकि नवें जीव विच विभिन्नतावां पैदा हुंदियां ने। ठीक है जी। नर अते मादा युग्मक नहीं बनते, नर अते मादा युग्मक बनते हैं। निषेचन किरिया नहीं हुंदी, निषेचन किरिया हुंदी है। एक सैली जीवां अते पौदिਆਂ ਵਿੱਚ आम तौर ਤੇ ਅਲਿੰਗੀ ਪ੍ਰਜਨਨ ਹੁੰਦਾ ਹੈ। ਮਨੁੱਖ ਅਤੇ ਫੁੱਲਾਂ ਵਾਲੇ ਜੀਵਾਂ ਵਿੱਚ ਲਿੰਗੀ ਪ੍ਰਜਨਨ ਹੁੰਦਾ ਹੈ। ਇਹ ਜਿਹੜੇ ਵੀ ਤੁਹਾਨੂੰ ਸ਼ਬਦਾਂ ਦੇ ਅਰਥ ਸਮਝ ਨਹੀਂ ਲੱਗੇ, ਔਖੇ ਲੱਗੇ, ਕਨਫਿਊਜ਼ਨ ਹੈ, ਉਹ ਤੁਹਾਨੂੰ ਬਾਅਦ ਵਿੱਚ ਡਿਟੇਲ ਨਾਲ ਸਮਝਾਵਾਂਗੇ। ਇੱਥੇ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਲਿੰਗੀ ਪ੍ਰਜਨਨ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ, ਹਰੇਕ ਦੀ ਉਦਾਹਰਣ ਦਿਓ। ਤੇ ਆਪਾਂ ਅਲਿੰਗੀ ਪ੍ਰਜਨਨ ਦੀਆਂ ਵੱਖ-ਵੱਖ ਵਿਧੀਆਂ ਦੱਸਾਂਗੇ। ਇੱਥੇ ਕਾਇਆ ਪ੍ਰਜਨਨ, ਇਸ ਵਿਧੀ ਵਿੱਚ ਪੌਦੇ ਦੀ ਜੜ, ਤਣੇ, ਪੱਤੇ ਜਾਂ ਕਲੀ ਵਰਗੇ ਕਿਸੇ ਅੰਗ ਦੁਆਰਾ ਨਵਾਂ ਪੌਦਾ ਪ੍ਰਾਪਤ ਕੀਤਾ ਜਾਂਦਾ ਹੈ। ਜਿਵੇਂ ਗੁਲਾਬ ਦੇ ਤਣੇ ਦੀ ਕਲਮ ਤੋਂ ਨਵਾਂ ਪੌਦਾ ਬਣਦਾ ਹੈ। ਠੀਕ ਹੈ ਨਾ, ਇਹਨੂੰ ਕਾਇਆ ਪ੍ਰਜਨਨ ਕਹਿੰਦੇ ਨੇ। ਉਸ ਤੋਂ ਬਾਅਦ ਹੈ ਬੰਡਿੰਗ ਦੇ ਵਿੱਚ ਖਮੀਰ ਵਰਗੇ ਜੀਵ ਦੀ ਕੋਸ਼ਿਕਾ ਤੋਂ ਵਾਧਰੇ ਦੇ ਰੂਪ ਵਿੱਚ ਕਲੀ ਨਿਕਲਦੀ ਹੈ, ਜਿਸ ਤੋਂ ਨਵਾਂ ਜੀਵ ਵਿਕਸਿਤ ਹੁੰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਖੰਡਨ। ਕਾਈ ਦੋ ਜਾਂ ਵੱਧ ਖੰਡਾਂ ਵਿੱਚ ਵਿਖੰਡਿਤ ਹੋ ਜਾਂਦੀ ਹੈ ਅਤੇ ਹਰੇਕ ਖੰਡ ਤੋਂ ਨਵਾਂ ਪੌਦਾ ਬਣ ਜਾਂਦਾ ਹੈ। ਬੀਜਾਣੂ ਨਿਰਮਾਣ, ਫਰਨ, ਮੌਸ, ਉੱਲੀ ਅਤੇ ਜਿਹੜੇ ਉੱਲੀ ਆ ਵਿੱਚ ਬੀਜਾਣੂ ਬਣਦੇ ਹਨ, ਜੋ ਅਨੁਕੂਲਿਤ ਹਾਲਾਤਾਂ ਵਿੱਚ ਪੁੰਗਰ ਕੇ ਨਵੇਂ ਜੀਵਾਂ ਵਿੱਚ ਵਿਕਸਿਤ ਹੋ ਜਾਂਦੇ ਨੇ। ਠੀਕ ਹੈ ਨਾ, ਜਿਹੜੇ ਬੀਜਾਂ ਤੋਂ ਨਵੇਂ ਪੌਦੇ ਬਣਦੇ ਆ ਉਹਨਾਂ ਨੂੰ ਬੀਜਾਣੂ ਨਿਰਮਾਣ ਕਹਿੰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਅੰਦਰੂਨੀ ਨਿਸ਼ੇਚਨ ਤੇ ਬਾਹਰੀ ਨਿਸ਼ੇਚਨ ਵਿੱਚ ਅੰਤਰ। ਇੱਥੇ ਜਿਹੜਾ ਨਿਸ਼ੇਚਨ ਵਰਡ ਆ, ਇਹਦਾ ਮੀਨਿੰਗ ਕਾਫੀ ਬੱਚਿਆਂ ਨੂੰ ਕਨਫਿਊਜ਼ਨ ਕ੍ਰੀਏਟ ਕਰਦਾ ਹੈ, ਤੇ ਆਪਾਂ ਡਿਟੇਲ ਨਾਲ ਸਮਝਾਂਗੇ। ਵੀਡੀਓ ਨੂੰ ਲਗਾਤਾਰ ਦੇਖਦੇ ਰਹੋ, ਤੇ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ। ਇੱਥੇ ਪਹਿਲਾਂ ਅੰਦਰੂਨੀ ਨਿਸ਼ੇਚਨ ਸਮਝਦੇ ਆਪਾਂ। ਨਿਸ਼ੇਚਨ ਦੀ ਇਹ ਕਿਰਿਆ ਮਾਦਾ ਦੇ ਸਰੀਰ ਦੇ ਅੰਦਰ ਹੁੰਦੀ ਹੈ। ਅੰਦਰੂਨੀ ਨਿਸ਼ੇਚਨ ਦੇ ਵਿੱਚ ਮਾਦਾ ਦੇ ਸਰੀਰ ਦੇ ਅੰਦਰ ਹੁੰਦੀ ਹੈ। ਉਸ ਤੋਂ ਬਾਅਦ ਹੈ ਇਸ ਵਿੱਚ ਅੰਡੇ ਘੱਟ ਗਿਣਤੀ ਵਿੱਚ ਪੈਦਾ ਹੁੰਦੇ ਹਨ। ਉਦਾਹਰਨ ਵਜੋਂ ਮਨੁੱਖ, ਗਾਂ ਆਦਿ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਬਾਹਰੀ ਨਿਸ਼ੇਚਨ। ਨਿਸ਼ੇਚਨ ਦੀ ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ ਹੁੰਦੀ ਹੈ। ਠੀਕ ਹੈ ਜੀ, ਬਾਹਰ, ਕਿਉਂਕਿ ਬਾਹਰੀ ਨਿਸ਼ੇਚਨ ਹੈ ਤਾਂ ਇਹ ਬਾਹਰ ਕਿਰਿਆ ਹੋਵੇਗੀ। ਇਸ ਵਿੱਚ ਅੰਡੇ ਜਿਹੜੇ ਨੇ ਵੱਧ ਗਿਣਤੀ ਵਿੱਚ ਪੈਦਾ ਹੁੰਦੇ ਨੇ। ਉਦਾਹਰਨ ਵਜੋਂ ਮੱਛੀ, ਡੱਡੂ ਆਦਿ ਬਾਹਰੀ ਨਿਸ਼ੇਚਨ ਹੁੰਦਾ ਹੈ। ਠੀਕ ਹੈ ਜੀ। ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ। ਹੁਣ ਲਿੰਗੀ ਪ੍ਰਜਨਨ ਸਮਝੋ ਤੁਸੀਂ। ਲਿੰਗੀ ਪ੍ਰਜਨਨ ਦਾ ਅਰਥ ਹੁੰਦਾ ਹੈ ਇੱਕ ਅਜਿਹੀ ਪ੍ਰਕਿਰਿਆ ਜਿਸ ਵਿੱਚ ਨਰ ਅਤੇ ਮਾਦਾ ਦੇ ਮੇਲ ਨਾਲ ਨਿਸ਼ੇਚਨ ਹੁੰਦਾ ਹੈ। ਠੀਕ ਹੈ, ਲਿੰਗੀ ਪ੍ਰਜਨਨ ਹੈ ਇਹ। ਉਸ ਤੋਂ ਬਾਅਦ ਅਲਿੰਗੀ ਪ੍ਰਜਨਨ ਕੀ ਹੁੰਦਾ ਹੈ ਉਹ ਦੱਸਦੇ ਤੁਹਾਨੂੰ। ਅਲਿੰਗੀ ਪ੍ਰਜਨਨ ਦੀ ਉਹ ਕਿਸਮ ਜਿਸ ਵਿੱਚ ਸਿਰਫ ਇੱਕ ਹੀ ਜੀਵ ਭਾਗ ਲੈਂਦਾ ਹੈ। ਉਸ ਤੋਂ ਬਾਅਦ ਹੈ ਅੰਡਾਣੂ। ਅੰਡਾਣੂ ਕੀ ਹੁੰਦਾ ਹੈ? ਮਾਦਾ ਯੁਗਮਕ, ਜਿਸ ਨੂੰ ਮਾਦਾ ਅੰਡਕੋਸ਼ ਪੈਦਾ ਕਰਦਾ ਹੈ। ਮਾਦਾ ਯੁਗਮਕ ਹੁੰਦਾ ਹੈ ਅੰਡਾਣੂ, ਜਿਸ ਨੂੰ ਮਾਦਾ ਅੰਡਕੋਸ਼ ਪੈਦਾ ਕਰਦਾ ਹੈ। ਉਸ ਤੋਂ ਬਾਅਦ ਹੈ ਸ਼ੁਕਰਾਣੂ। ਨਰ ਯੁਗਮਕ, ਜਿਨ੍ਹਾਂ ਨੂੰ ਨਰ ਪਤਾਲੂ ਪੈਦਾ ਕਰਦਾ ਹੈ। ਨਰ ਪਤਾਲੂ ਸ਼ੁਕਰਾਣੂ ਪੈਦਾ ਕਰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਨਿਸ਼ੇਚਨ ਕੀ ਹੁੰਦਾ ਹੈ? ਨਰ ਯੁਗਮਕ ਯਾਨੀ ਕਿ ਸ਼ੁਕਰਾਣੂ ਅਤੇ ਮਾਦਾ ਯੁਗਮਕ ਯਾਨੀ ਕਿ ਅੰਡਾਣੂ ਦਾ ਸੰਯੋਜਨ ਨਿਸ਼ੇਚਨ ਕਹਾਉਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈ ਯੁਗਮਜ। ਕੀ ਹੁੰਦਾ ਹੈ? ਇੱਕ ਸੈੱਲ ਸੰਰਚਨਾ ਜੋ ਸ਼ੁਕਰਾਣੂ ਅਤੇ ਅੰਡਾਣੂ ਦੇ ਸੰਯੋਜਨ ਤੋਂ ਬਣਦੀ ਹੈ, ਉਹਨੂੰ ਯੁਗਮਜ ਕਹਿੰਦੇ ਹਨ। ਅੰਦਰੂਨੀ ਨਿਸ਼ੇਚਨ ਹੁੰਦਾ ਹੈ ਮਾਦਾ ਦੇ ਸਰੀਰ ਦੇ ਅੰਦਰ ਹੋਣ ਵਾਲਾ ਨਿਸ਼ੇਚਨ। ਬਾਹਰੀ ਨਿਸ਼ੇਚਨ ਹੁੰਦਾ ਹੈ ਮਾਦਾ ਦੇ ਸਰੀਰ ਦੇ ਬਾਹਰ ਹੋਣ ਵਾਲਾ ਨਿਸ਼ੇਚਨ। ਉਸ ਤੋਂ ਬਾਅਦ ਭਰੂਣ ਹੁੰਦਾ ਹੈ ਯੁਗਮਨਜ, ਵਿਭਾਜਨਾਂ ਤੋਂ ਬਣੀ ਸੰਰਚਨਾ ਭਰੂਣ ਕਹਾਉਂਦੀ ਹੈ। ਉਸ ਤੋਂ ਬਾਅਦ ਗਰਭ ਕੀ ਹੁੰਦਾ ਹੈ? ਭਰੂਣ ਦੀ ਅਵਸਥਾ ਜਿਸ ਵਿੱਚ ਸਾਰੇ ਸਰੀਰਕ ਭਾਗ ਵਿਕਸਿਤ ਹੋ ਕੇ ਪਛਾਣਯੋਗ ਹੋ ਜਾਂਦੇ ਨੇ, ਉਹਨੂੰ ਗਰਭ ਕਹਿੰਦੇ ਨੇ। ਤੇ ਉਸ ਤੋਂ ਬਾਅਦ ਹੈ ਜਗਤੁਜ ਜੰਤੂ। ਜਗਤੁਜ ਜੰਤੂ ਜੋ ਬੱਚੇ ਨੂੰ ਜਨਮ ਦਿੰਦੇ ਹਨ, ਉਹਨਾਂ ਨੂੰ ਜਗਤੁਜ ਜੰਤੂ ਕਹਿੰਦੇ ਹਨ। ਅੰਡ ਜਨਕ ਜੰਤੂ ਹੁੰਦੇ ਨੇ, ਜੰਤੂ ਜੋ ਅੰਡੇ ਦਿੰਦੇ ਹਨ ਉਹਨਾਂ ਨੂੰ ਅੰਡ ਜਨਕ ਜੰਤੂ ਕਹਿੰਦੇ ਹਨ। ਉਸ ਤੋਂ ਬਾਅਦ ਹੈ ਕਾयांतरण। ਲਾਰਵਾ ਦੇ ਕੁਝ ਤੀਬਰ ਪਰਿਵਰਤਨਾਂ ਦੁਆਰਾ
ਬਾਲਗ ਜੰਤੂ ਵਿੱਚ ਬਦਲਣ ਦੀ ਪ੍ਰਕਿਰਿਆ। ਉਸ ਤੋਂ ਬਾਅਦ ਹੈ ਬਰਡਿੰਗ, ਅਜਿਹਾ ਅਲਿੰਗੀ ਪ੍ਰਜਨਨ ਜਿਸ ਵਿੱਚ ਨਵਾਂ ਜੀਵ ਕਲੀਆਂ ਤੋਂ ਪੈਦਾ ਹੁੰਦਾ ਹੈ। ਉਸ ਤੋਂ ਬਾਅਦ ਹੈ ਵਿਖੰਡਨ, ਵਿਖੰਡਨ ਹੁੰਦਾ ਹੈ ਅਜਿਹਾ ਅਲਿੰਗੀ ਪ੍ਰਜਨਨ ਜਿਸ ਵਿੱਚ ਜੀਵ ਦੋ ਭਾਗਾਂ ਵਿੱਚ ਵਿਭਾਜਿਤ ਹੋ ਕੇ ਸੰਤਾਨ ਪੈਦਾ ਕਰਦਾ ਹੈ। ਆਈ ਥਿੰਕ ਤੁਹਾਨੂੰ ਇਹ ਸਮਝ ਲੱਗਿਆ ਹੋਵੇਗਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।